A country the size of India comes with a plethora of traditions, cultures, and beliefs which have been passed from one generation to another. Some have been lost, and some survive on the verge of extinction, saved by its custodians. There are many art forms, of course, and there is one art form that's not very synonymous with India, and that's martial arts. But believe it or not, there are many in India that survive even to this date, thanks to a handful of people who are nurturing young talent. In the first part of this unique series, we travel all the way to Chandigarh in North India to understand an martial art form that is actually being started by the saints. Let's go and find out. They say all the answers are out there for those who seek. As the seeker in me waits for the dawn to break, I go and pay my regards to the saints who brought peace in their own way. Gatka, an indigenous combat form developed by Sikh saints to defend the Dharma. So, here I am with some questions and my Hyundai Tucson. I am headed to a renowned akhada in Punjab to see Gatka in action and understand their philosophy of training the body and the mind. To know what makes it a physical as well as a spiritual practice. खालसा जी, गटके की शुरुआत कब और कैसे हुई? ये गतका सिख मार्शल आर्ट है और इस ਦੀ ਜ਼ਰੂਰਤ ਸਾਨੂੰ ਸਾਡੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਾਨੂੰ ਇਸ ਮਾਰਸ਼ਲ ਕੌਮ ਬਣਾਉਣ ਵਾਸਤੇ ਤੇ ਸਾਨੂੰ ਇਸ ਸ਼ਸਤਰ ਵਿਦਿਆ ਨਾਲ ਜੋੜਨ ਵਾਸਤੇ ਉਹਨਾਂ ਨੇ ਗਤਕਾ ਸ਼ੁਰੂ ਕੀਤਾ ਸੀਗਾ ਕਿਉਂਕਿ ਉਸ ਟਾਈਮ ਦੀ ਹਕੂਮਤ ਦੇ ਨਾਲ ਉਹਨਾਂ ਨੂੰ ਫੇਸ ਕਰਨਾ ਪਿਆ ਔਰ ਉਹਨਾਂ ਦੀ ਖਾਸ ਡਿਮਾਂਡ ਸੀਗੀ ਕਿ ਮੈਨੂੰ 76 ਘੋੜੇ ਔਰ ਨੌਜਵਾਨਾਂ ਦੀ ਮੈਨੂੰ ਲੋੜ ਹੈ ਤੇ ਉਹ ਮੇਰੇ ਵਾਸਤੇ ਦਰਬਾਰ ਲੈ ਗਿਆ। ਗੱਤਕੇ ਜਿਹੜਾ ਅਸੀਂ ਨਾਂ ਇੱਕ ਸੋਟੀ ਨੂੰ ਦਿੰਦੇ ਹਾਂ ਜਿਹੜੀ ਤਕਰੀਬਨ 3 ਫੁੱਟ ਲੰਬੀ ਹੁੰਦੀ ਹੈ ਤੇ ਉਸ ਦੇ ਨਾਲ ਇੱਕ ਢਾਲ ਹੁੰਦੀ ਹੈ ਛੋਟੀ ਤੇ ਉਸ ਦੇ ਜਿਹੜੇ ਅਸੀਂ ਪ੍ਰੈਕਟਿਸ ਬੱਚਿਆਂ ਨੂੰ ਸਿਖਾਉਂਦੇ ਸ਼ੁਰੂ ਦੇ ਵਿੱਚ ਹੱਥ ਔਰ ਪੈਰ ਦੀ ਖੇਡ ਜਿਹਨੂੰ ਅਸੀਂ ਗੱਤਕਾ ਕਹਿੰਦੇ ਹਾਂ ਇਹੀ ਸਾਡੀ ਬੇਸਿਕਲ ਗੇਮ ਹੈ। ਇਸੇ ਨੂੰ ਵਧਾਰ ਕਰਕੇ ਅਸੀਂ ਦੂਜੇ ਸ਼ਸਤਰਾਂ ਉੱਤੇ ਇਹੀ ਚੀਜ਼ ਐਪਲੀਕੇਟ ਕਰਦੇ ਹਾਂ। ਇਸੇ ਨਾਲ ਜੇ ਹੈ ਹੱਥ ਚਲਾਉਂਦੇ ਉੱਥੇ ਉਹ ਚਲਾਉਂਦੇ ਨੇ ਇਸੇ ਨੂੰ ਖਿਡਾਉਂਦੇ ਬੱਚੇ ਇੰਨੇ ਪ੍ਰੋਡਕਟ ਹੋ ਜਾਂਦੇ ਨੇ ਕਿ ਉਹ ਇਕੱਲੇ ਵੀ 5 7 8 10 ਦਾ ਵੀ ਮੁਕਾਬਲਾ ਕਰ ਸਕਦੇ ਨੇ। ਇਹ ਜੋ ਅਸੀਂ ਪਹਿਲੇ ਤਲਵਾਰ ਨਹੀਂ ਹੈ ਇਹ ਸਾਡੇ ਵਾਸਤੇ ਕਿਰਪਾਨ ਹੈ ਸਾਨੂੰ ਗੁਰੂ ਮਹਾਰਾਜ ਨੇ ਕਿਰਪਾਨ ਦਿੱਤੀ ਹੈ ਜਿਹੜੇ ਦੋ ਲਫ਼ਜ਼ਾਂ ਨਾਲ ਬਣਦੀ ਕਿਰਪਾ ਔਰ ਆਨ ਕਿਸੇ ਤੇ ਕਿਰਪਾ ਕਰਨੀ ਤਾਂ ਜਾਂ ਸਾਡੇ ਆਪਣੇ ਆਨ ਵਾਸਤੇ ਸਾਡੇ ਡਿਫੈਂਸ ਵਾਸਤੇ ਇਸੇ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਦੋ ਤਲਵਾਰਾਂ ਪਹਿਨੀਆਂ ਸੀਗੀਆਂ ਮੀਰੀ ਔਰ ਪੀਰੀ ਜਿਹੜੀ ਇੱਕ ਆਪਣੀ ਰੱਖਿਆ ਵਾਸਤੇ ਦੂਜਾ ਗਊ ਗਰੀਬ ਦੀ ਰੱਖਿਆ ਵਾਸਤੇ ਉਹ ਦੋ ਤਲਵਾਰਾਂ ਪਹਿਨੀਆਂ ਵਾਸਤੇ। ਸਾਡੀ ਜ਼ਿੰਦਗੀ ਵਿੱਚ ਸੰਤੁਲਨ ਬਹੁਤ ਜ਼ਰੂਰੀ ਹੈ ਕਿ ਅਸੀਂ ਹਰ ਚੀਜ਼ ਨੂੰ ਬਰਾਬਰ ਰੱਖੀਏ। ਸੰਤੁਲਨ ਮਗਰ ਹੀ ਬਰਾਬਰ ਹੈਗਾ। ਜਿੱਥੇ ਅਸੀਂ ਬੱਚਿਆਂ ਨੂੰ ਗੱਤਕੇ ਦੇ ਵਿੱਚ
ਫਿਜ਼ੀਕਲੀ ਵੀ ਐਕਟੀਵਿਟੀ ਦਿੰਦੇ ਹਾਂ, ਉੱਥੇ ਬੱਚਿਆਂ ਦੇ ਸੇਵਾ ਭਾਵ ਵੀ ਅਸੀਂ ਉਹਨਾਂ ਨੂੰ ਇਸ ਵਾਸਤੇ ਪ੍ਰੇਰਦੇ ਹਾਂ ਕਿ ਤੁਸੀਂ ਸੇਵਾ ਕਰੋ। ਆਮ ਦੇ ਜਦ ਗੱਤਕੇ ਦੇ ਵਿੱਚ ਤੁਸੀਂ ਖੇਡਦੇ ਹੋ, ਅਸੀਂ ਭਾਈਚਾਰਾ ਬਣਾ ਕੇ ਰੱਖੋ। ਪਰ ਇਹਦੇ ਨਾਲ ਸਾਨੂੰ ਗੁਰੂ ਮਹਾਰਾਜ ਦਾ ਜਿਹੜਾ ਹੁਕਮ ਹੈ, ਪਹਿਲੇ ਸੰਗਤ ਫਿਰ ਪੰਗਤ। ਜਿੱਥੇ ਅਸੀਂ ਗੁਰੂ ਮਹਾਰਾਜ ਦੇ ਘਰ ਦੀ ਹਾਜ਼ਰੀ ਭਰਦੇ ਹਾਂ, ਉਹਦੇ ਵਾਸਤੇ ਸਾਡੇ ਪੰਗਤ ਮਤਲਬ ਲੰਗਰ ਦੀ ਸੇਵਾ ਹੈ, ਜਿਹੜੇ ਸਾਡੇ ਵਿੱਚ ਗੁਰਬਾਣੀ ਦੇ ਨਾਲ ਸੰਗਤ ਔਰ ਪੰਗਤ ਨੂੰ ਵਡਿਆਇਆ ਗਿਆ ਹੈ। So, why would preachers of peace create a whole new martial art form? Why do saints have to fight? Now I know. Some things are worth fighting for. And at times, what you fight for is peace. Ironic, but iconic.